ਹੈਲੋ एवरीवन ਵੈਲਕਮ ਟੂ ਸਟਰੀ ਸ਼ੌਕਰਸ ਯੋਰ ਸਟੋਰੀ ਬਿਕਮਸ ਈਜ਼ੀਅਰ। ਸੋ ਪੀਐਸਟੈਟ 2021 ਅਨਾਉਂਸ ਹੋ ਚੁੱਕਿਆ। ਉਸ ਦੇ ਲਈ ਆਪਾਂ ਸਾਈਕੋਲੋਜੀ ਦੀ ਇੱਕ ਸੀਰੀਜ਼ ਜਿਹੜੀ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਵਿੱਚ ਗਰੋਥ ਐਂਡ ਡਿਵੈਲਪਮੈਂਟ ਜੋ ਆਪਾਂ ਟੌਪਿਕ ਜਿਹੜਾ ਪੜ੍ਹ ਰਹੇ ਹਾਂ ਉਹਦੀ ਇੱਕ ਪਾਰਟ ਜਿਹੜਾ ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਉਸ ਵੀਡੀਓ ਨੂੰ ਅਗਰ ਤੁਸੀਂ ਦੇਖਣਾ ਤਾਂ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਉਸ ਦਾ ਲਿੰਕ ਲੈ ਸਕਦੇ ਹੋ। ਇਹ ਹੈਗਾ ਜੀ ਗਰੋਥ ਐਂਡ ਡਿਵੈਲਪਮੈਂਟ ਦਾ ਦੂਸਰਾ ਪਾਰਟ, ਜਿਸ ਦੇ ਵਿੱਚ ਆਪਾਂ ਲਰਨਿੰਗ ਤੇ ਮੈਚੂਰੇਸ਼ਨ ਦੀ ਗੱਲ ਕਰਨ ਵਾਲੇ ਹਾਂ। ਸੋ ਸ਼ੁਰੂ ਕਰਦੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ, ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਸ ਤੋਂ ਇਲਾਵਾ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਉਸ ਦੇ ਲਈ ਵੀ ਤੁਸੀਂ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਵੀਡੀਓਜ਼ ਜਿਹੜੀਆਂ ਮਿਲਦੀਆਂ ਰਹਿਣ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚੇ। ਪੀਵਾਈਕਿਊ ਦੀ ਸੀਰੀਜ਼ ਦੀ PDF ਤੇ ਸੋਲੂਸ਼ਨ ਤੁਸੀਂ ਟੈਲੀਗ੍ਰਾਮ ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਹਾਂਜੀ, ਆਪਾਂ ਸ਼ੁਰੂ ਕਰਦੇ ਹਾਂ ਹੁਣ ਲਰਨਿੰਗ ਤੋਂ। ਲਰਨਿੰਗ ਕੀ ਹੈ? ਦੇਖੋ, ਲਰਨਿੰਗ ਇਜ਼ ਅ ਕੀ ਪ੍ਰੋਸੈਸ। ਲਰਨਿੰਗ ਕੀ ਪ੍ਰੋਸੈਸ ਹੈ? ਕਿਸ ਚੀਜ਼ ਦਾ ਪ੍ਰੋਸੈਸ ਹੈ ਲਰਨਿੰਗ ਹੈ ਕਿ ਕੋਈ ਵੀ ਚੀਜ਼ ਸਿੱਖਣਾ ਥਰੂ ਪ੍ਰੈਕਟਿਸ ਐਂਡ ਐਕਸਪੀਰੀਅੰਸ। ਜਦੋਂ ਅਸੀਂ ਬਹੁਤ ਸਾਰੇ ਐਫਰਟਸ ਲਗਾ ਕੇ, ਬਹੁਤ ਸਾਰੀ ਪ੍ਰੈਕਟਿਸ ਕਰਕੇ, ਐਕਸਪੀਰੀਅੰਸਿਸ ਤੋਂ, ਸਾਡੀ ਇਨਵਾਇਰਨਮੈਂਟ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਨੇ, ਜੋ ਵੀ ਘਟਨਾਵਾਂ ਹੁੰਦੀਆਂ ਨੇ, ਉਸ ਤੋਂ ਸਾਨੂੰ ਜੋ ਅਸੀਂ ਐਕਸਪੀਰੀਅੰਸ ਲੈਂਦੇ ਹਾਂ। ਸੋ ਇੰਨੇ ਸਾਰੇ ਪ੍ਰੈਕਟਿਸ, ਐਕਸਪੀਰੀਅੰਸ ਜਾਂ ਐਫਰਟਸ ਤੋਂ, ਅਟੈਂਪਟਸ ਤੋਂ ਅਸੀਂ ਜੋ ਵੀ ਇਨਫੋਰਮੇਸ਼ਨ ਲੈਂਦੇ ਹਾਂ, ਨੌਲੇਜ ਲੈਂਦੇ ਹਾਂ, ਉਸ ਦੇ ਨਾਲ ਜੋ ਸਾਡੇ ਬਿਹੇਵੀਅਰ ਦੇ ਵਿੱਚ ਚੇਂਜ ਆਉਂਦਾ ਹੈ, ਦੈਟ ਇਜ਼ ਲਰਨਿੰਗ। ਉਸ ਤੋਂ ਜੋ ਵੀ ਚੀਜ਼ਾਂ ਅਸੀਂ ਸਿੱਖਦੇ ਹਾਂ, ਦੈਟ ਇਜ਼ ਲਰਨਿੰਗ। ਸੋ ਇੱਕ ਬੱਚਾ ਹੈ ਜੋ ਉਸਦਾ ਬਰਥ ਹੁੰਦਾ ਹੈ, ਉਸ ਟਾਈਮ 'ਤੇ ਹੌਲੀ ਹੌਲੀ ਜਦੋਂ ਉਹ ਬਹੁਤ ਸਾਰੇ ਅਟੈਂਪਟ ਕਰਦਾ ਹੈ, ਪ੍ਰੈਕਟਿਸ ਕਰਦਾ, ਐਕਸਪੀਰੀਅੰਸਿਸ ਕਰਦਾ, ਸੋ ਜਦੋਂ 15 ਸਾਲ ਦਾ ਹੋਏਗਾ, 40 ਸਾਲ ਦਾ, 60 ਸਾਲ ਦਾ ਹੋਏਗਾ ਤਾਂ ਕੁਛ ਨਾ ਕੁਛ ਆਪਣੇ ਡੇ ਬਾਏ ਡੇ ਜਿਹੜਾ ਉਹ ਨਵੀਂ ਚੀਜ਼ ਜਿਹੜੀ ਹੈ ਸਿੱਖਦਾ ਜਾਂਦਾ ਹੈ। ਕੋਈ ਵੀ ਚੀਜ਼ ਜਦੋਂ ਅਸੀਂ ਸਿੱਖਦੇ ਹਾਂ ਤਾਂ ਪ੍ਰੈਕਟਿਸ ਨਾਲ ਹੀ ਸਿੱਖਦੇ ਹਾਂ, ਐਕਸਪੀਰੀਅੰਸਿਸ ਨਾਲ ਹੀ ਸਿੱਖਦੇ ਹਾਂ, ਚਾਹੇ ਖੁਦ ਦੇ ਐਕਸਪੀਰੀਅੰਸ ਨਾਲ ਸਿੱਖੀਏ, ਚਾਹੇ ਦੂਸਰੋਂ ਦੇ ਐਕਸਪੀਰੀਅੰਸ ਨਾਲ ਸਿੱਖੀਏ। ਸੋ ਪ੍ਰੈਕਟਿਸ, ਅਟੈਂਪਟਸ, ਐਫਰਟਸ ਦੇ ਨਾਲ ਜਦੋਂ ਅਸੀਂ ਕੋਈ ਚੀਜ਼ ਸਿੱਖਦੇ ਹਾਂ, ਉਸ ਦੇ ਸਿੱਖਣ ਨਾਲ ਸਾਡੇ ਜੋ ਬਿਹੇਵੀਅਰ ਦੇ ਵਿੱਚ ਚੇਂਜ ਆਉਂਦਾ ਹੈ, ਦੈਟ ਇਜ਼ ਕੋਲਡ ਲਰਨਿੰਗ। ਔਰ ਇਹ ਲਰਨਿੰਗ ਜਿਹੜੀ ਹੁੰਦੀ ਆ ਉਹ ਪਰਮਾਨੈਂਟ ਲਰਨਿੰਗ ਹੁੰਦੀ ਹੈ, ਯਾਨੀ ਕਿ ਪਰਮਾਨੈਂਟ ਚੇਂਜ ਨੂੰ ਹੀ, ਜੋ ਸਾਡੇ ਬਿਹੇਵੀਅਰ ਦੇ ਵਿੱਚ ਪਰਮਾਨੈਂਟ ਚੇਂਜ ਆਉਂਦਾ ਉਸ ਨੂੰ ਹੀ ਅਸੀਂ ਲਰਨਿੰਗ ਕਹਿੰਦੇ ਹਾਂ। ਅਗਰ ਕੋਈ ਚੀਜ਼ ਅੱਜ ਆਪਾਂ ਸਿੱਖ ਲਈ, ਕੱਲ ਫਿਰ ਭੁੱਲ ਗਏ ਜਾਂ ਪਰਸੋਂ ਫਿਰ ਭੁੱਲ ਗਏ, ਤਾਂ ਉਹ ਚੀਜ਼ ਜਿਹੜੀ ਉਹ ਲਰਨਿੰਗ ਨਹੀਂ ਹੋਏਗੀ। ਇਸ ਦੇ ਰਿਗਾਰਡਿੰਗ ਬਹੁਤ ਸਾਰੀ ਥਿਊਰੀਜ਼ ਵੀ ਜਿਹੜੀਆਂ ਉਹ ਦਿੱਤੀਆਂ, ਜਿਸ ਨੂੰ ਬਾਰੇ ਆਪਾਂ ਡਿਟੇਲ ਦੇ ਵਿੱਚ ਅੱਗੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ। ਸੋ ਪਰਮਾਨੈਂਟ ਚੇਂਜ ਨੂੰ ਹੀ ਲਰਨਿੰਗ ਕਿਹਾ ਗਿਆ, ਯਾਨੀ ਕਿ ਉਹ ਚੇਂਜ, ਉਹ ਜਿਹੜੀ ਚੀਜ਼ ਤੁਸੀਂ ਸਿੱਖੀ ਹੈ, ਤੁਸੀਂ ਆਪਣੇ ਅੰਦਰ ਪੂਰੀ ਤਰ੍ਹਾਂ ਜਿਹੜਾ ਉਸਨੂੰ ਢਾਲ ਲਵੋ, ਦੁਬਾਰਾ ਉਸ ਚੀਜ਼ ਨੂੰ ਤੁਸੀਂ ਭੁੱਲੋ ਨਾ। ਸੋ ਦੈਟ ਇਜ਼ ਕੋਲਡ ਪਰਮਾਨੈਂਟ ਚੇਂਜ ਇਨ ਬਿਹੇਵੀਅਰ, ਦੈਟ ਇਜ਼ ਕੋਲਡ ਪਰਮਾਨੈਂਟ ਲਰਨਿੰਗ। ਇਟ ਇਜ਼ ਡਿਫਾਈਨਡ ਐਜ਼ ਐਨੀ ਰਿਲੇਟਿਵ ਪਰਮਾਨੈਂਟ ਚੇਂਜ। ਦੇਖੋ, ਰਿਲੇਟਿਵ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਨਾਲ ਜਦੋਂ ਆਪਾਂ ਕਿਸੇ ਚੀਜ਼ ਨੂੰ ਕੰਪੇਅਰ ਕਰਕੇ ਗੱਲ ਕਰਦੇ ਹਾਂ, ਇੱਕ ਬੱਚਾ ਜੋ 10 ਸਾਲ ਦਾ ਹੋਏਗਾ, ਜੋ ਕੁਝ ਉਸਨੇ ਆਪਣੇ ਐਫਰਟਸ ਲਗਾ ਕੇ, ਆਪਣੀ ਪ੍ਰੈਕਟਿਸ ਦੇ ਨਾਲ, ਆਪਣੇ ਐਕਸਪੀਰੀਅੰਸ ਦੇ ਨਾਲ ਸਿੱਖਿਆ ਹੋਏਗਾ, ਉਹੀ ਕੁਝ ਉਸਨੇ ਜਦੋਂ 5 ਸਾਲ ਦਾ ਸੀ ਉਦੋਂ ਨਹੀਂ ਸਿੱਖਿਆ ਹੋਏਗਾ। ਸੋ ਰਿਲੇਟਿਵ ਚੇਂਜ ਦਾ ਮਤਲਬ ਹੈ ਕਿ ਉਸਨੂੰ ਆਪਾਂ ਉਸਦੇ ਪਹਿਲਾਂ ਉਹ ਸੀ ਉਸਦੇ ਨਾਲ ਆਪਾਂ ਕੰਪੇਅਰ ਕਰਕੇ ਦੇਖ ਰਹੇ ਹਾਂ ਕਿ ਉਸਦੇ ਬਿਹੇਵੀਅਰ ਦੇ ਵਿੱਚ ਕੀ ਚੇਂਜ ਆਇਆ। ਤਾਂ ਜਿਹੜਾ ਵੀ ਪਰਮਾਨੈਂਟ ਚੇਂਜ ਉਸਦੇ ਬਿਹੇਵੀਅਰ ਦੇ ਵਿੱਚ ਆਇਆ ਹੋਏਗਾ, ਉਹ ਉਸਦੀ ਲਰਨਿੰਗ ਹੋਏਗੀ। ਸੋ ਹਰ ਕੋਈ ਡੇ ਬਾਏ ਡੇ ਸਿੱਖਦਾ ਹੈ। ਪਰਮਾਨੈਂਟ ਚੇਂਜ ਇਨ ਬਿਹੇਵੀਅਰ ਨੂੰ ਹੀ ਅਸੀਂ ਲਰਨਿੰਗ ਕਹਿੰਦੇ ਹਾਂ। ਰਿਲੇਟਿਵ ਚੇਂਜ ਨੂੰ ਆਪਾਂ ਕਹਿੰਦੇ ਹਾਂ ਕਿਉਂਕਿ ਆਪਾਂ ਇੱਕ ਚੀਜ਼ ਦੇ ਨਾਲ, ਇੱਕ ਉਮਰ ਨਾਲ, ਇੱਕ ਪੁਆਇੰਟ ਆਫ ਟਾਈਮ ਨਾਲ ਕੰਪੇਅਰ ਕਰਕੇ ਆਪਾਂ ਕਹਿੰਦੇ ਹਾਂ ਕਿ ਉਸਦੇ ਬਿਹੇਵੀਅਰ ਦੇ ਵਿੱਚ ਕੁਝ ਚੇਂਜ ਆਇਆ ਹੈ। ਆਪਾਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਕਿ ਜੋ ਡਿਵੈਲਪਮੈਂਟ ਹੈ ਉਹ ਇੱਕ ਪੋਜ਼ੀਟਿਵ ਚੇਂਜ ਨੂੰ, ਇੱਕ ਇੰਪਰੂਵਮੈਂਟ ਬਿਹੇਵੀਅਰ ਦੀ ਗੱਲ ਕਰਦਾ ਹੈ, ਯਾਨੀ ਕਿ ਤੁਹਾਡੇ ਬਿਹੇਵੀਅਰ ਦੇ ਵਿੱਚ ਜੋ ਪਰਮਾਨੈਂਟ ਚੇਂਜ ਆਏ ਉਹ ਤੁਹਾਡੀ ਬਿਹੇਵੀਅਰ ਨੂੰ ਇੰਪਰੂਵ ਕਰੇ, ਬਾਏ ਡੇ ਤੁਹਾਡਾ ਬਿਹੇਵੀਅਰ ਜਿਹੜਾ ਹੈ ਉਹ ਇੰਪਰੂਵ ਹੁੰਦਾ ਜਾਏ। ਔਰ ਇਹ ਜਿਹੜੀ ਲਰਨਿੰਗ ਹੈ, ਜੋ ਪਰਮਾਨੈਂਟ ਚੇਂਜ ਸਾਡੇ ਬਿਹੇਵੀਅਰ ਦੇ ਵਿੱਚ ਆਉਂਦਾ ਹੈ, ਜੋ ਵੀ ਕੁਝ ਅਸੀਂ ਸਿੱਖਦੇ ਹਾਂ, ਉਹ ਇੱਕ ਵਾਰ ਇੱਕ ਅਟੈਂਪਟ ਦੇ ਵਿੱਚ ਨਹੀਂ ਆਉਂਦਾ, ਪ੍ਰੈਕਟਿਸ ਨਾਲ, ਐਕਸਪੀਰੀਅੰਸ ਨਾਲ, ਐਫਰਟ ਦੇ ਨਾਲ ਆਉਂਦਾ ਹੈ। ਸੋ ਲਰਨਿੰਗ ਕੀ ਹੈ? ਇੱਕ ਰਿਲੇਟਿਵ ਪਰਮਾਨੈਂਟ ਚੇਂਜ ਹੈ ਬਿਹੇਵੀਅਰ ਦੇ ਵਿੱਚ, ਜੋ ਪ੍ਰੈਕਟਿਸ ਔਰ ਐਕਸਪੀਰੀਅੰਸ ਦੇ ਨਾਲ ਆਉਂਦੀ ਹੈ। ਡੈਫੀਨੇਸ਼ਨ ਦੀ ਗੱਲ ਕਰ ਲਈਏ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਫੇਮਸ ਡੈਫੀਨੇਸ਼ਨ ਹੈ ਇਸ ਦੀ, E.L. ਥੋਰਨਡਾਈਕ ਨੇ ਇਸ ਦੀ ਡੈਫੀਨੇਸ਼ਨ ਦਿੱਤੀ ਹੈ। ਲਰਨਿੰਗ ਇਜ਼ ਅ ਗ੍ਰੈਜੂਅਲ ਪ੍ਰੋਸੈਸ। ਬਿਲਕੁਲ ਜੋ ਸਿੱਖਣਾ ਹੈ, ਜੋ ਬਿਹੇਵੀਅਰ ਦੇ ਵਿੱਚ ਚੇਂਜ ਆਉਂਦਾ, ਉਹ ਇੱਕ ਗ੍ਰੈਜੂਅਲ ਪ੍ਰੋਸੈਸ ਹੈ। ਇੱਕਦਮ ਕੋਈ ਚੀਜ਼ ਕੀਤੀ ਔਰ ਇੱਕਦਮ ਉਹ ਅਸੀਂ ਉਸ ਚੀਜ਼ ਨੂੰ ਸਿੱਖ ਲਿਆ, ਇਹਦਾ ਨਹੀਂ ਹੁੰਦਾ। ਇੱਕ ਗ੍ਰੈਜੂਅਲ ਪ੍ਰੋਸੈਸ ਹੈ। ਵੇਅਰ ਦ ਇੰਡੀਵਿਜੂਅਲ ਵਿਲ ਮੇਕ ਮੈਨੀ ਅਟੈਂਪਟਸ ਟੂ ਲਰਨ। ਜਿੱਥੇ ਇੱਕ ਵਿਅਕਤੀ ਬਹੁਤ ਸਾਰੀ ਅਟੈਂਪਟਸ, ਐਫਰਟਸ, ਪ੍ਰੈਕਟਿਸ ਕਰਦਾ ਹੈ ਕਿਸੇ ਚੀਜ਼ ਨੂੰ ਸਿੱਖਣ ਲਈ, ਤੇ ਕਾਫੀ ਐਫਰਟਸ ਤੋਂ ਬਾਅਦ, ਐਕਸਪੀਰੀਅੰਸ ਤੋਂ ਬਾਅਦ, ਪ੍ਰੈਕਟਿਸ ਤੋਂ ਬਾਅਦ ਉਸਦੇ ਬਿਹੇਵੀਅਰ ਦੇ ਵਿੱਚ ਉਹ ਪਰਮਾਨੈਂਟ ਚੇਂਜ ਆਉਂਦਾ ਹੈ। ਸੋ ਪਰਮਾਨੈਂਟ ਚੇਂਜ ਆਉਣ ਨੂੰ ਥੋੜਾ ਟਾਈਮ ਲੱਗਦਾ ਹੈ, ਪ੍ਰੈਕਟਿਸ ਲੱਗਦੀ ਹੈ, ਐਕਸਪੀਰੀਅੰਸ ਲੱਗਦਾ ਹੈ, ਲੇਕਿਨ ਜੋ ਵੀ ਤੁਸੀਂ ਸਿੱਖੋਗੇ, ਜਿਸ ਨੂੰ ਵੀ ਅਸੀਂ ਇਹ ਲਰਨਿੰਗ ਕਹਿੰਦੇ ਹਾਂ, ਉਹ ਪਰਮਾਨੈਂਟ ਹੋਏਗੀ, ਪਰਮਾਨੈਂਟ ਚੇਂਜ ਇਨ ਬਿਹੇਵੀਅਰ ਹੋਏਗਾ। ਸੋ ਇਹ ਚੀਜ਼ ਤੁਸੀਂ ਧਿਆਨ ਰੱਖਿਓ ਕਿ ਲਰਨਿੰਗ ਜਿਹੜੀ ਹਮੇਸ਼ਾ ਪਰਮਾਨੈਂਟ ਚੇਂਜ ਇਨ ਬਿਹੇਵੀਅਰ ਹੁੰਦੀ ਹੈ, ਜੋ ਪ੍ਰੈਕਟਿਸ ਔਰ ਐਕਸਪੀਰੀਅੰਸ ਦੇ ਨਾਲ ਆਉਂਦੀ ਹੈ। ਹਾਂਜੀ, ਸੈਕਿੰਡ ਡੈਫੀਨੇਸ਼ਨ ਦੀ ਗੱਲ ਕਰੀਏ, ਅਕੋਰਡਿੰਗ ਟੂ ਕਰੋ ਐਂਡ ਕਰੋ, ਦ ਲਰਨਿੰਗ ਇਨਵੋਲਵ ਇਨ ਦ ਐਕੁਸੀਏਸ਼ਨ ਆਫ ਹੈਬਿਟਸ, ਨੌਲੇਜ ਐਂਡ ਐਟੀਟਿਊਡਸ। ਸਿੱਖਣਾ ਦੇ ਵਿੱਚ ਕੀ ਆਏਗਾ ਕਿ ਤੁਹਾਡੀ ਹੈਬਿਟਸ, ਤੁਸੀਂ ਨੌਲੇਜ ਨੂੰ, ਤੁਸੀਂ ਜੋ ਵੀ ਉੱਥੋਂ ਇਨਫੋਰਮੇਸ਼ਨ ਲੈਂਦੇ ਹੋ, ਆਪਣੀ ਐਟੀਟਿਊਡ ਨੂੰ ਐਕਵਾਇਰ ਕਰ ਲਓ, ਐਕੁਸੀਏਸ਼ਨ ਕਰ ਲਓ, ਉਸਨੂੰ ਪੂਰੀ ਤਰ੍ਹਾਂ ਆਪਣੇ ਅੰਦਰ ਵਿੱਚ ਢਾਲ ਲਓ, ਤੇ ਪਰਮਾਨੈਂਟ ਤੁਹਾਡੇ ਅੰਦਰ ਉਹ ਚੀਜ਼ ਜਿਹੜੀ ਆ ਉਹ ਬਸ ਜਾਣੀ ਚਾਹੀਦੀ ਹੈ। ਸੋ ਲਰਨਿੰਗ ਇੱਕ ਪਰਮਾਨੈਂਟ ਚੇਂਜ ਹੈ। ਕਿਸੇ ਹੈਬਿਟ ਨੂੰ, ਕਿਸੇ ਨੌਲੇਜ ਨੂੰ, ਕਿਸੇ ਐਟੀਟਿਊਡ ਨੂੰ ਆਪਣੇ ਅੰਦਰ ਐਕਵਾਇਰ ਕਰਨਾ ਹੀ ਲਰਨਿੰਗ ਹੈ। ਹਾਂਜੀ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਰਿਲੇਸ਼ਨਸ਼ਿਪ ਬਿਟਵੀਨ ਲਰਨਿੰਗ ਐਂਡ ਡਿਵੈਲਪਮੈਂਟ। ਲਰਨਿੰਗ ਦਾ ਮੀਨਿੰਗ ਕੀ ਆਪਾਂ ਸਮਝ ਲਿਆ, ਡਿਵੈਲਪਮੈਂਟ ਆਪਾਂ ਲਾਸਟ ਵੀਡੀਓ ਦੇ ਵਿੱਚ ਸਮਝ ਚੁੱਕੇ ਹਾਂ। ਸੋ ਲਰਨਿੰਗ ਔਰ ਡਿਵੈਲਪਮੈਂਟ ਦਾ ਰਿਲੇਸ਼ਨ ਦੀ ਅਗਰ ਆਪਾਂ ਗੱਲ ਕਰੀਏ, ਲਰਨਿੰਗ ਐਂਡ ਡਿਵੈਲਪਮੈਂਟ ਆਰ ਦ ਇੰਪੋਰਟੈਂਟ ਐਂਡ ਡਿਸਟਿੰਕਟ ਸਾਈਕੋਲੋਜੀਕਲ ਪ੍ਰੋਸੈਸਿਸ। ਮਤਲਬ ਇੱਕ ਦੂਸਰੇ ਨਾਲ ਜੁੜੇ ਹੋਏ ਪ੍ਰੋਸੈਸ ਨੇ। ਦੇਖੋ, ਜੋ ਡਿਵੈਲਪਮੈਂਟ ਹੈ ਉਹ ਓਵਰਆਲ ਡਿਵੈਲਪਮੈਂਟ ਦੀ ਗੱਲ ਕਰਦਾ, ਓਵਰਆਲ ਟੋਟੈਲਿਟੀ ਆਫ ਸਟਰਕਚਰ ਆਫ ਨੌਲੇਜ ਦੀ ਗੱਲ ਕਰਦਾ, ਕਿ ਹਰ ਇੱਕ ਆਸਪੈਕਟ ਜਿਹੜਾ ਤੁਹਾਡਾ ਉਹ ਡਿਵੈਲਪ ਹੋਵੇ, ਉਹਦੇ ਵਿੱਚ ਜਿਵੇਂ ਜਿਵੇਂ ਤੁਸੀਂ ਹਰ ਇੱਕ ਆਸਪੈਕਟ ਦੇ ਵਿੱਚ ਜੋ ਜੋ ਕੁਝ ਸਿੱਖਦੇ ਜਾਂਦੇ ਹੋ, ਉਵੇਂ ਉਵੇਂ ਤੁਹਾਡੀ ਉਹ ਡਿਵੈਲਪਮੈਂਟ ਜਿਹੜੀ ਆ ਹੁੰਦੀ ਜਾਂਦੀ ਹੈ। ਔਰ ਲਰਨਿੰਗ ਆਉਂਦੀ ਕਿਵੇਂ? ਬਹੁਤ ਸਾਰੇ ਐਫਰਟਸ ਤੋਂ, ਅਟੈਂਪਟਸ ਤੋਂ,
ਪ੍ਰੈਕਟਿਸ ਦੇ ਨਾਲ ਜਿਹੜੀ ਤੁਹਾਡੀ ਉਹ ਲਰਨਿੰਗ ਹੁੰਦੀ ਹੈ ਔਰ ਪਰਮਾਨੈਂਟ ਚੇਂਜ ਆਉਂਦਾ ਹੈ। ਜਿਵੇਂ ਤੁਸੀਂ ਅਗਰ ਆਪਾਂ ਇਮੋਸ਼ਨਲ ਵਾਲੇ ਐਸਪੈਕਟ ਦੀ ਗੱਲ ਕਰ ਲਈਏ, ਅਗਰ ਤੁਸੀਂ ਆਪਣੀ ਇਮੋਸ਼ਨਸ ਨੂੰ ਕੰਟਰੋਲ ਕਰਨਾ ਸਿੱਖਦੇ ਹੋ, ਮੈਨੇਜ ਕਰਨਾ ਸਿੱਖਦੇ ਹੋ, ਤਾਂ ਉਹ ਬਹੁਤ ਸਾਰੀ ਪ੍ਰੈਕਟਿਸ ਦੇ ਨਾਲ, ਬਹੁਤ ਸਾਰੇ ਐਫਰਟਸ ਦੇ ਨਾਲ ਤੁਹਾਡੀ ਉਹ ਚੀਜ਼ ਤੁਸੀਂ ਸਿੱਖੋਗੇ। ਤੇ ਜਿਵੇਂ ਜਿਵੇਂ ਤੁਸੀਂ ਉਹ ਲਰਨਿੰਗ ਕਰਦੇ ਜਾਓਗੇ, ਤੁਹਾਡਾ ਜਿਹੜਾ ਇਮੋਸ਼ਨਲ ਔਰ ਸੋਸ਼ਲ ਡਿਵੈਲਪਮੈਂਟ ਹੈ ਉਹ ਹੁੰਦਾ ਜਾਏਗਾ। ਸੋ ਦੋਨੋਂ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਜਿਵੇਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਕਿ ਲਰਨਿੰਗ ਇਜ਼ ਪ੍ਰੋਵੋਕਡ ਬਾਈ ਸਿਚੁਏਸ਼ਨ ਔਰ ਬਾਏ ਅ ਟੀਚਰ ਔਰ ਬਾਏ ਐਕਸਟਰਨਲ ਸਿਚੁਏਸ਼ਨ। ਤਾਂ ਕਿਸੇ ਵੀ ਤਰੀਕੇ ਨਾਲ ਜਿਹੜੇ ਤੁਸੀਂ ਲਰਨਿੰਗ ਕਰ ਸਕਦੇ ਹੋ, ਕਿਸੇ ਟੀਚਰ ਦੇ ਥਰੂ ਤੁਸੀਂ ਕੋਈ ਚੀਜ਼ ਸਿੱਖ ਸਕਦੇ ਹੋ, ਕੋਈ ਐਕਸਪੀਰੀਅੰਸ ਤੁਹਾਨੂੰ ਖੁਦ ਤੋਂ ਕੋਈ ਐਕਸਪੀਰੀਅੰਸ ਹੋਇਆ, ਕਿਸੇ ਐਕਸਟਰਨਲ ਸਿਚੁਏਸ਼ਨ ਦੇ ਵਿੱਚ ਆ ਕੇ ਤੁਹਾਨੂੰ ਕੋਈ ਚੀਜ਼ ਜਿਹੜੀ ਉਹ ਪਤਾ ਲੱਗੀ ਹੈ, ਕੋਈ ਨੌਲੇਜ ਤੁਹਾਨੂੰ ਮਿਲੀ ਹੈ। ਸੋ ਲਰਨਿੰਗ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹੋ ਸਕਦੀ ਹੈ ਤੇ ਜਿਵੇਂ ਜਿਵੇਂ ਤੁਸੀਂ ਲਰਨ ਕਰਦੇ ਜਾਓਗੇ ਉਵੇਂ ਉਵੇਂ ਤੁਸੀਂ ਜਿਹੜਾ ਡਿਵੈਲਪ ਹੁੰਦੇ ਜਾਓਗੇ। ਆਪਾਂ ਤੁਹਾਨੂੰ ਦੱਸਿਆ ਕਿ ਲਰਨਿੰਗ ਜਿਹੜੀ ਸਿਚੁਏਸ਼ਨ ਦੇ ਵਿੱਚ ਹੁੰਦੀ ਹੈ, ਕਈ ਜਿਵੇਂ ਤੁਸੀਂ ਦੂਸਰੇ ਲੋਕਾਂ ਨਾਲ ਇੰਟਰੈਕਟ ਕਰਦੇ ਹੋ, ਕਿਸੇ ਸਿਚੁਏਸ਼ਨ ਦੇ ਵਿੱਚੋਂ ਕੋਈ ਨਵੀਂ ਚੀਜ਼ ਸਿੱਖਦੇ ਹੋ, ਕਿਸੇ ਟੀਚਰ ਤੋਂ ਕੋਈ ਚੀਜ਼ ਸਿੱਖ ਸਕਦੇ ਹੋ, ਤੁਸੀਂ ਆਪਣੇ ਪੀਅਰ ਗਰੁੱਪ ਦੇ ਵਿੱਚ ਆਪਣੇ ਨਾਲ ਦੇ ਕਲੀਗਸ ਤੋਂ ਕੋਈ ਚੀਜ਼ ਸਿੱਖ ਸਕਦੇ ਹੋ। ਸੋ ਲਰਨਿੰਗ ਅਵੇਕਨਸ ਅ ਡਿਵੈਲਪਮੈਂਟ ਪ੍ਰੋਸੈਸਿਸ। ਲਰਨਿੰਗ ਹੀ ਡਿਵੈਲਪਮੈਂਟ ਕਰਵਾਉਂਦੀ ਹੈ। ਜਿਵੇਂ ਜਿਵੇਂ ਤੁਸੀਂ ਲਰਨ ਕਰਦੇ ਜਾਂਦੇ ਹੋ ਉਵੇਂ ਉਵੇਂ ਤੁਹਾਡੀ ਡਿਵੈਲਪਮੈਂਟ ਜਿਹੜੀ ਉਹ ਹੁੰਦੀ ਜਾਂਦੀ ਹੈ through social interactions with peers, teachers in such a way that it not occur if the child were in isolation। ਲਰਨਿੰਗ ਜਿਹੜੀ ਹੈ ਜਿਵੇਂ ਜਿਵੇਂ ਤੁਸੀਂ ਇੰਟਰੈਕਟ ਕਰਦੇ ਜਾਓਗੇ, ਸੋਸ਼ਲ ਇੰਟਰੈਕਸ਼ਨ ਕਰਦੇ ਜਾਓਗੇ, ਆਪਣੇ ਟੀਚਰਸ ਨਾਲ ਮਿਲੋਗੇ, ਸਿਚੁਏਸ਼ਨ ਦੇ ਵਿੱਚ ਪਾਓਗੇ, ਆਪਣੇ ਪੀਅਰ ਗਰੁੱਪ ਤੋਂ ਕੁਛ ਨਾ ਕੁਛ ਸਿੱਖ ਸਕਦੇ ਹੋ। ਸੋ ਸੋਸ਼ਲ ਇੰਟਰੈਕਸ਼ਨ ਦੇ ਥਰੂ ਹੀ ਤੁਹਾਡੀ ਲਰਨਿੰਗ ਜਿਹੜੀ ਉਹ ਹੁੰਦੀ ਹੈ। ਅਗਰ ਉਹੀ ਚਾਈਲਡ ਅਗਰ ਆਈਸੋਲੇਸ਼ਨ ਦੇ ਵਿੱਚ ਯਾਨੀ ਇਕੱਲਾ ਹੋਵੇ ਤਾਂ ਉਹਦੀ ਉਨੀ ਲਰਨਿੰਗ ਜਿਹੜੀ ਉਹ ਨਹੀਂ ਹੋ ਸਕਦੀ ਜਿੰਨਾ ਉਹ ਦੂਸਰਿਆਂ ਤੋਂ ਸਿੱਖ ਸਕਦਾ ਹੈ, ਜਾਂ ਕਿਸੇ ਦੂਸਰੇ ਨਾਲ ਜਿਸ ਵੀ ਸਿਚੁਏਸ਼ਨ ਦੇ ਵਿੱਚ ਉਹ ਆਵੇ ਉਸ ਸਿਚੁਏਸ਼ਨ ਤੋਂ ਜਿਸ ਤਰ੍ਹਾਂ ਉਹ ਸਿੱਖ ਸਕਦਾ ਹੈ ਉਸ ਤਰ੍ਹਾਂ ਉਹ ਇੱਕ ਆਈਸੋਲੇਸ਼ਨ ਦੇ ਵਿੱਚ ਨਹੀਂ ਸਿੱਖ ਸਕਦਾ। ਸੋ ਆਪਾਂ ਨੂੰ ਪਤਾ ਜੀ ਲਰਨਿੰਗ ਔਰ ਡਿਵੈਲਪਮੈਂਟ ਬਿਲਕੁਲ ਨਾਲ ਨਾਲ ਚੱਲਦੇ ਆ। ਲਰਨਿੰਗ ਇਫੈਕਟ ਕਰਦੀ ਹੈ ਡਿਵੈਲਪਮੈਂਟ ਨੂੰ, ਜਿਵੇਂ ਜਿਵੇਂ ਚੀਜ਼ਾਂ ਸਿੱਖਦਾ ਉਸ ਤਰ੍ਹਾਂ ਉਸਦਾ ਡਿਵੈਲਪਮੈਂਟ ਜਿਹੜੇ ਉਹ ਹੁੰਦੀ ਜਾਂਦੀ ਹੈ। ਤੇ ਡਿਵੈਲਪਮੈਂਟ ਆਲਸੋ ਇਫੈਕਟਸ ਦ ਲਰਨਿੰਗ, ਕਿਉਂਕਿ ਦੇਖੋ ਚਾਈਲਡ ਐਜ਼ ਅ ਚਾਈਲਡ ਗਰੋਜ਼ ਹੀ ਲਰਨਸ ਅਬਾਊਟ ਹਿਸ ਸਰਾਊਂਡਿੰਗਸ ਐਂਡ ਇੰਟਰੈਕਟਸ ਵਿਦ ਨਿਊ ਇਨਵਾਇਰਮੈਂਟ। ਅਗਰ ਉਹ ਆਪਣੀ ਸਰਾਊਂਡਿੰਗਸ ਨਾਲ ਇੰਟਰੈਕਟ ਕਰਦਾ, ਆਪਣੇ ਆਲੇ ਦੁਆਲੇ ਨਾਲ, ਆਪਣੀ ਇਨਵਾਇਰਮੈਂਟ ਨਾਲ ਇੰਟਰੈਕਟ ਕਰਦਾ, ਤਾਂ ਨਵੀਂ ਨਵੀਂ ਚੀਜ਼ਾਂ ਜਿਹੜੀਆਂ ਉੱਥੋਂ ਸਿੱਖਦਾ ਹੈ। ਦਿਸ ਹੈਲਪਸ ਇਨ ਲਰਨਿੰਗ ਐਂਡ ਡਿਵੈਲਪਿੰਗ ਹਿਜ਼ ਮੈਂਟਲ ਐਂਡ ਬਿਹੇਵੀਅਰਲ ਐਬਿਲਿਟੀਜ਼। ਤਾਂ ਆਪਾਂ ਤੁਹਾਨੂੰ ਦੱਸਿਆ ਕਿ ਜਿਵੇਂ ਉਹ ਚੀਜ਼ ਸਿੱਖਦਾ ਹੈ ਉਵੇਂ ਹੀ ਉਸਦੇ ਕੋਗਨੀਟਿਵ ਡਿਵੈਲਪਮੈਂਟ ਹੁੰਦਾ ਹੈ, ਇਸੇ ਤਰ੍ਹਾਂ ਉਸਦਾ ਇਮੋਸ਼ਨਲ, ਉਸਦਾ ਸੋਸ਼ਲ ਜਿਹੜਾ ਡਿਵੈਲਪਮੈਂਟ ਹੁੰਦਾ, ਉਸਦੀ ਬਿਹੇਵੀਅਰ ਐਬਿਲਿਟੀਜ਼ 'ਚ ਇੰਪਰੂਵਮੈਂਟ ਹੁੰਦਾ ਹੈ ਟੂ ਐਡਜਸਟ ਔਰ ਸਰਵਾਈਵ ਇਨ ਹਿਜ਼ ਲਾਈਫ। ਤਾਂ ਆਪਣੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਐਡਜਸਟ ਕਰਨਾ ਹੈ, ਕਿਸ ਤਰ੍ਹਾਂ ਸਰਵਾਈਵ ਕਰਨਾ ਹੈ। ਕੋਈ ਵੀ ਵਿਅਕਤੀ ਜਿਹੜਾ ਨਹੀਂ ਸਰਵਾਈਵ ਕਰ ਪਾਏਗਾ ਉਸਦਾ ਅਗਰ ਹਰ ਇੱਕ ਆਸਪੈਕਟ ਦੇ ਵਿੱਚ ਡਿਵੈਲਪਮੈਂਟ ਜਿਹੜਾ ਉਹ ਅੱਛਾ ਹੋਇਆ ਹੋਵੇ, ਉਸਦੇ ਵਿੱਚ ਹਰ ਇੱਕ ਤਰ੍ਹਾਂ ਦੀ ਬਿਹੇਵੀਅਰਲ ਐਬਿਲਿਟੀਜ਼ ਜਿਹੜੀਆਂ ਉਹ ਡਿਵੈਲਪ ਹੋਈਆਂ ਹੋਣ। ਸੋ ਲਰਨਿੰਗ ਇਸ ਚੀਜ਼ ਨੂੰ ਇਫੈਕਟ ਕਰਦੀ ਹੈ, ਲਰਨਿੰਗ ਉਸ ਚੀਜ਼ ਨੂੰ ਇੰਪਰੂਵ ਕਰਦੀ ਹੈ। ਜਿਵੇਂ ਜਿਵੇਂ ਲਰਨਿੰਗ ਹੁੰਦੀ ਜਾਂਦੀ ਹੈ ਉਸ ਤਰ੍ਹਾਂ ਉਸਦੇ 6 ਆਸਪੈਕਟ ਜਿਹੜੇ ਡਿਵੈਲਪਮੈਂਟ ਦੇ ਆਪਾਂ ਕੱਲ੍ਹ ਪੜ੍ਹੇ ਸੀ ਉਹ ਸਾਰੇ ਜਿਹੜੇ ਇੰਪਰੂਵ ਹੁੰਦੇ ਜਾਂਦੇ ਆ ਅਤੇ ਉਸਦੀ ਓਵਰਆਲ ਡਿਵੈਲਪਮੈਂਟ ਜਿਹੜੀ ਹੁੰਦੀ ਜਾਂਦੀ ਹੈ। ਔਰ ਜਿਵੇਂ ਜਿਵੇਂ ਉਸਦੀ ਓਵਰਆਲ ਡਿਵੈਲਪਮੈਂਟ ਹੁੰਦੀ ਜਾਏਗੀ ਉਹ ਲਾਈਫ ਦੇ ਵਿੱਚ ਅੱਛੀ ਤਰ੍ਹਾਂ ਐਡਜਸਟ ਕਰ ਪਾਏਗਾ, ਅੱਛੀ ਤਰ੍ਹਾਂ ਸਰਵਾਈਵ ਕਰ ਪਾਏਗਾ। ਸੋ ਲਰਨਿੰਗ ਔਰ ਡਿਵੈਲਪਮੈਂਟ ਦੋਨੋਂ ਹੀ ਆਪਸ ਦੇ ਵਿੱਚ ਜੁੜੇ ਹੋਏ ਨੇ। ਹਾਂਜੀ, ਜਦੋਂ ਆਪਾਂ ਗੱਲ ਕਰ ਲੈਂਦੇ ਹਾਂ ਰਿਲੇਸ਼ਨਸ਼ਿਪ ਬਿਟਵੀਨ ਮੈਚੂਰੇਸ਼ਨ ਐਂਡ ਲਰਨਿੰਗ ਦੀ, ਸਭ ਤੋਂ ਪਹਿਲਾਂ ਮੈਚੂਰੇਸ਼ਨ ਦੀ ਗੱਲ ਕਰੀਏ। ਮੈਚੂਰੇਸ਼ਨ ਕੀ ਹੁੰਦੀ ਹੈ? ਦੇਖੋ ਮੈਚੂਰੇਸ਼ਨ ਮਤਲਬ ਮੈਚਿਓਰਿਟੀ। ਇਸਦਾ ਮਤਲਬ ਇਹ ਹੁੰਦਾ ਕਿ ਆਪਾਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਮੈਚਿਓਰਿਟੀ ਜਿਹੜੀ ਹੈ ਉਹ ਡਿਵੈਲਪਮੈਂਟ ਦੀ ਲਿਮਿਟ ਸੈੱਟ ਕਰ ਦਿੰਦੀ ਹੈ। ਕਿਸ ਤਰ੍ਹਾਂ ਕਰਦੀ ਹੈ? ਦੇਖੋ ਮੰਨ ਲਓ ਅਗਰ ਕੋਈ ਛੋਟਾ ਬੱਚਾ ਹੈ, ਅਗਰ ਉਸਨੂੰ ਹਾਲੇ ਤੱਕ ਪੈਨਸਿਲ ਪਕੜਨੀ ਹੀ ਨਹੀਂ ਆਈ ਤਾਂ ਤੁਸੀਂ ਉਸਨੂੰ ਲਿਖਣਾ ਕਿਵੇਂ ਸਿਖਾ ਸਕਦੇ ਹੋ? ਲਾਈਕ ਅਗਰ ਉਸਦਾ ਹੱਥ ਇੰਨਾ ਡਿਵੈਲਪ ਹੀ ਨਹੀਂ ਹੋਇਆ, ਹਾਲੇ ਉਹ ਇੰਨਾ ਛੋਟਾ ਹੈ ਕਿ ਉਹ 2 ਉਂਗਲਾਂ ਦੇ ਵਿੱਚ ਪਕੜ ਕੇ ਪੈਨਸਿਲ ਨੂੰ ਪਕੜਨਾ ਹੀ ਨਹੀਂ ਸਿੱਖ ਸਕਿਆ, ਤਾਂ ਕੀ ਤੁਸੀਂ ਉਸਨੂੰ ਪੂਰਾ ਪੈਰਾਗ੍ਰਾਫ ਲਿਖਣਾ ਸਿਖਾ ਸਕਦੇ ਹੋ? ਨਹੀਂ ਸਿਖਾ ਸਕਦੇ। ਅਗਰ ਤੁਸੀਂ 5th ਕਲਾਸ ਦੇ ਸਟੂਡੈਂਟ ਨੂੰ ਤੁਸੀਂ 10th ਕਲਾਸ ਦਾ ਜਾਂ 12th ਕਲਾਸ ਦਾ ਮੈਥਸ ਕਰਾਉਣ ਲੱਗ ਜਾਓ ਤਾਂ ਨਹੀਂ ਸਮਝ ਪਾਏਗਾ ਉਸ ਚੀਜ਼ ਨੂੰ। ਸੋ ਮੈਚਿਓਰਿਟੀ ਕਹਿੰਦੇ ਕਿ ਇੱਕ ਲੈਵਲ ਤੱਕ ਅਗਰ ਉਸਦੀ ਮੈਚਿਓਰਿਟੀ ਨਹੀਂ ਹੋਈ, ਉਸਦਾ ਡਿਵੈਲਪਮੈਂਟ ਉਸ ਲੈਵਲ ਤੱਕ ਦੀ ਨਹੀਂ ਹੋਈ ਹੈਗੀ ਕਿ ਉਹ ਉਸ ਚੀਜ਼ ਨੂੰ ਸਿੱਖ ਸਕੇ, ਤਾਂ ਉੱਥੇ ਤੁਸੀਂ ਚਾਹੇ ਕਿੰਨੇ ਵੀ ਬੈਸਟ ਮੈਥਡ ਲਗਾ ਲਓ, ਕੁਛ ਵੀ ਸਿਖਾਓ, ਕਿਸ ਵੀ ਤਰੀਕੇ ਨਾਲ ਸਿਖਾਓ, ਤਾਂ ਉਹ ਲਰਨਿੰਗ ਜਿਹੜੀ ਹੈ ਨਹੀਂ ਹੋ ਪਾਏਗੀ। ਤੇ ਵੀ ਲਰਨਿੰਗ ਦੇ ਲਈ ਪਹਿਲਾਂ ਮੈਚੂਰੇਸ਼ਨ ਹੋਣਾ ਜ਼ਰੂਰੀ ਹੈ, ਇੱਕ ਮੈਚਿਓਰਿਟੀ ਦਾ ਆਉਣਾ ਜ਼ਰੂਰੀ ਹੈ। ਸੋ ਇਹ ਚੀਜ਼ ਜਿਹੜੀ ਹੈ ਮੈਚੂਰੇਸ਼ਨ ਕਹਿੰਦੀ ਕਿ ਜਦ ਤੱਕ ਉਹ ਮੈਚਿਓਰਿਟੀ, ਉਹ ਚੀਜ਼ ਜਿਹੜੀ ਹੈ ਉਸ ਬੱਚੇ ਦੇ ਵਿੱਚ ਨਹੀਂ ਆ ਜਾਂਦੀ ਤਦ ਤੱਕ ਉਸ ਦੇ ਵਿੱਚੋਂ ਲਰਨਿੰਗ ਨਹੀਂ ਹੋ ਸਕਦੀ। ਸੋ ਦ ਰੋਲ ਆਫ ਮੈਚੂਰੇਸ਼ਨ ਐਂਡ ਲਰਨਿੰਗ ਹੈਲਪਸ ਦ ਪੇਰੈਂਟਸ ਔਰ ਦ ਟੀਚਰ ਟੂ ਨੋ ਵਟ ਐਂਡ ਵੈਨ ਟੂ ਬਿਗਿਨ ਟ੍ਰੇਨਿੰਗ। ਬਿਲਕੁਲ ਇਸੇ ਬੇਸਿਸ 'ਤੇ ਸਾਰੇ ਜਿਹੜੇ ਕੋਰਸਿਸ ਉਹ ਡਿਵੈਲਪ ਕੀਤੇ ਜਾਂਦੇ ਆ। ਫਸਟ ਸਟੈਂਡਰਡ ਦਾ, ਸੈਕਿੰਡ ਸਟੈਂਡਰਡ ਤੋਂ ਲੈ ਕੇ 12th ਸਟੈਂਡਰਡ ਤੱਕ ਦੇ ਸਾਰੀ ਐਜੂਕੇਸ਼ਨ ਜਿਹੜੀ ਹੈ ਉਸਦੇ ਜੋ ਕੋਰਸ, ਉਸਦਾ ਜੋ ਕੰਟੈਂਟ ਜਿਹੜਾ ਤਿਆਰ ਕੀਤਾ ਜਾਂਦਾ ਹੈ, ਪੇਰੈਂਟਸ ਔਰ ਟੀਚਰਸ ਨੂੰ ਇਹ ਪਤਾ ਚੱਲਦਾ ਕਿ ਅਸੀਂ ਕਿਸ ਏਜ 'ਤੇ ਬੱਚੇ ਨੂੰ ਕਿਸ ਤਰ੍ਹਾਂ ਔਰ ਕਿਆ ਸਿਖਾਉਣਾ ਹੈ। ਉਹ ਇੱਥੋਂ ਹੀ ਪਤਾ ਚੱਲਦਾ ਕਿ ਉਸਦੀ ਮੈਚਿਓਰਿਟੀ ਕਿੰਨੀ ਹੋਈ ਹੈ, ਉਸਦੇ ਵਿੱਚ ਮੈਚੂਰੇਸ਼ਨ ਕਿੰਨੀ ਹੋਈ ਹੈ, ਉਹ ਕੀ ਕਰ ਸਕਦਾ ਹੈ ਅਤੇ ਉਸਨੂੰ ਕਿਸ ਤਰ੍ਹਾਂ ਹੋਰ ਨਈ ਚੀਜ਼ਾਂ ਸਿਖਾਈਆਂ ਜਾ ਸਕਦੀਆਂ ਨੇ। ਸੋ ਇੱਕ ਬੱਚੇ ਦੀ ਮੈਚਿਓਰਿਟੀ ਲੈਵਲ ਕੀ ਹੈ, ਉਹ ਕਿੰਨਾ ਕੁ ਮੈਚਿਓਰ ਹੋ ਚੁੱਕਿਆ ਔਰ ਕੀ ਕਰ ਸਕਦਾ, ਉਸਦੀ ਕੈਪੇਬਿਲਿਟੀ ਇਸ ਟਾਈਮ 'ਤੇ ਕੀ ਹੈ, ਇਹ ਜਾਣਨਾ ਟੀਚਰ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ। The knowledge of the role played by maturation suggests that if the child is not old, ਦੇਖੋ ਇਹ ਚੀਜ਼ ਲਿਖੀ ਹੋਈ ਹੈ ਇਸ ਦੇ ਵਿੱਚ ਕਿ the child is not old or mature, ਅਗਰ ਉਹ ਇੰਨਾ ਮੈਚਿਓਰ ਜਾਂ ਓਲਡ ਹਲੇ ਨਹੀਂ ਹੋਇਆ to profit by teaching, it has little value for him or mere time and effort on the part of the teacher is wasted। ਤਾਂ ਅਗਰ ਉਸਦੇ ਵਿੱਚ ਮੈਚਿਓਰਿਟੀ ਇਸ ਲੈਵਲ ਦੀ ਹਾਲੇ ਤੱਕ ਨਹੀਂ ਆਈ ਹੈਗੀ ਕਿ ਉਸਨੂੰ ਤੁਸੀਂ ਕੋਈ ਚੀਜ਼ ਸਿਖਾ ਸਕੋ,
ਤਾਂ ਉੱਥੇ ਕੋਈ ਵੀ ਆਪਣਾ ਟਾਈਮ ਲਗਾਉਣਾ, ਕੋਈ ਵੀ ਐਫਰਟ ਲਗਾਉਣਾ ਇੱਕ ਤਰੀਕੇ ਨਾਲ ਟੀਚਰ ਵੱਲੋਂ ਵੇਸਟਡ ਹੀ ਹੈ, ਕਿਉਂਕਿ ਅਗਰ ਉਸਨੂੰ ਪੈਨਸਿਲ ਪਕੜਨਾ ਨਹੀਂ ਆਇਆ ਤੁਸੀਂ ਉਸਨੂੰ ਲਿਖਣਾ ਨਹੀਂ ਸਿਖਾ ਸਕਦੇ, ਅਗਰ ਉਸਨੂੰ ਕਰੋਲ ਕਰਨਾ ਨਹੀਂ ਆਇਆ ਤੁਸੀਂ ਉਸਨੂੰ ਭੱਜਣਾ ਨਹੀਂ ਸਿਖਾ ਸਕਦੇ। ਸੋ ਪਹਿਲਾਂ ਇੱਕ ਮੈਚਿਓਰਿਟੀ ਦਾ ਆਉਣਾ ਜ਼ਰੂਰੀ ਹੈ, ਇੱਕ ਬੱਚੇ ਦਾ ਇਸ ਲੈਵਲ ਤੱਕ, ਕਿਸੇ ਲੈਵਲ ਤੱਕ ਦਾ ਮੈਚਿਓਰ ਹੋਣਾ ਜ਼ਰੂਰੀ ਹੈ ਕਿ ਉਸਨੂੰ ਉਹ ਚੀਜ਼ ਜਿਹੜੀ ਹੈ ਸਿਖਾਈ ਜਾਵੇ। ਇਸ ਲਈ ਜ਼ਰੂਰੀ ਹੈ ਤਾਂ ਕਿ ਉਸ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਇਸ ਏਜ ਦਾ ਬੱਚਾ ਇੰਨਾ ਕੁ ਮੈਚਿਓਰ ਹੋਏਗਾ ਔਰ ਉਸਨੂੰ ਇਹ ਚੀਜ਼ ਸਿਖਾਈ ਜਾ ਸਕਦੀ ਹੈ। ਸੋ ਇੱਕ ਟੀਚਰ ਲਈ ਪਹਿਲਾਂ ਇਹ ਪਤਾ ਕਰਨਾ ਕਿ ਉਸਦਾ ਜਿਹੜਾ ਸਟੂਡੈਂਟ ਹੈ ਉਹ ਕਿੰਨਾ ਕੁ ਮੈਚਿਓਰ ਹੈ, ਉਸਦੇ ਵਿੱਚ ਕਿਆ ਮੈਚਿਓਰਿਟੀ ਲੈਵਲ ਹੈ ਔਰ ਉਹ ਕਿਆ ਚੀਜ਼ ਸਿੱਖ ਚੁੱਕਿਆ, ਅੱਗੇ ਉਸਨੂੰ ਕਿਆ ਸਿਖਾਇਆ ਜਾ ਸਕਦਾ। ਸੋ ਇੱਕ ਬੱਚੇ ਦਾ ਮੈਚਿਓਰਿਟੀ ਲੈਵਲ ਕੀ ਹੈ ਉਹ ਚੀਜ਼ ਜਿਹੜੀ ਜਾਣਨੀ ਹੈ ਟੀਚਰ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ। ਸੋ ਇਸ ਥਿਊਰੀ ਦੇ ਮੁਤਾਬਿਕ ਪਹਿਲਾਂ ਮੈਚਿਓਰਿਟੀ ਹੋਏਗੀ, ਪਹਿਲਾਂ ਇੱਕ ਬੱਚੇ ਦੇ ਵਿੱਚ ਇੱਕ ਬੱਚਾ ਮੈਚਿਓਰ ਹੋਏਗਾ, ਉਸ ਤੋਂ ਬਾਅਦ ਉਸਦੇ ਵਿੱਚ ਲਰਨਿੰਗ ਹੋਏਗੀ। ਕੁਝ ਥਿਊਰੀਜ਼ ਇਹ ਵੀ ਕਹਿੰਦੇ ਕਿ ਪਹਿਲਾਂ ਲਰਨਿੰਗ ਹੋਏਗੀ ਫਿਰ ਮੈਚਿਓਰਿਟੀ ਆਏਗੀ। ਆਪਣੇ ਆਪਣੇ ਵਿਊਜ਼ ਨੇ, ਅਲੱਗ-ਅਲੱਗ ਸਾਈਕੋਲੋਜਿਸਟ ਵੱਲੋਂ ਅਲੱਗ-ਅਲੱਗ ਜਿਹੜੀ ਆ ਉਹ ਥਿਊਰੀਜ਼ ਦਿੱਤੀਆਂ ਗਈਆਂ ਨੇ, ਬਟ ਇਹ ਹੈਗਾ ਕਿ ਇੱਕ ਲੈਵਲ ਤੱਕ ਮੈਚਿਓਰਿਟੀ ਅਗਰ ਹੋਏਗੀ, ਅਗਰ ਬੱਚੇ ਨੂੰ ਪੈਨਸਿਲ ਪਕੜਨਾ ਹੈਗਾ ਤਦ ਹੀ ਤੁਸੀਂ ਉਸਨੂੰ ਲਿਖਣਾ ਸਿੱਖ ਸਕਦੇ ਹੋ। ਸੋ ਇੱਕ ਸਹੀ ਲੈਵਲ ਦੀ ਕੁਝ ਹੱਦ ਤੱਕ ਮੈਚਿਓਰਿਟੀ ਜਿਹੜੀ ਹੈ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਜੋ ਵੀ ਤੁਸੀਂ ਉਸਨੂੰ ਸਿਖਾਉਣਾ ਚਾਹੁੰਦੇ ਹੋ ਉਸਨੂੰ ਸਿੱਖਣ ਦੀ, ਉਸਨੂੰ ਸਮਝਣ ਦੀ ਕੈਪੇਬਿਲਿਟੀ ਜਿਹੜੀ ਹੈ ਉਹ ਬੱਚੇ ਵਿੱਚ ਹੋਣੀ ਚਾਹੀਦੀ ਹੈ। ਹਾਂਜੀ, ਸੋ ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ ਕਿ ਮੈਚਿਓਰਿਟੀ ਅਗਰ ਤਦ ਤੱਕ ਨਹੀਂ ਹੁੰਦੀ ਹੈਗੀ ਉਹ ਬੱਚਾ ਕੁਝ ਨਹੀਂ ਸਿੱਖ ਸਕਦਾ। ਅਗਰ ਕੁਝ ਨਹੀਂ ਸਿੱਖੇਗਾ ਉਸਦੀ ਡਿਵੈਲਪਮੈਂਟ ਨਹੀਂ ਹੋਏਗੀ। ਸੋ ਮੈਚੂਰੇਸ਼ਨ ਸੈਟਸ ਲਿਮਿਟਸ ਬਾਇਓਂਡ ਵਿਚ ਡਿਵੈਲਪਮੈਂਟ ਕਾਂਟ ਪ੍ਰੋਗਰੈਸ। तो जब तक मैचूरेशन नहीं होंगी तब तक डिवेलपमेंट जी प्रोग्रैस नहीं कर सकती। इसलिए आप कहने कि मैचूरेशन जी एक लिमिट सैट कर देंगी है डिवेलपमेंट की। चाहे तुम उस तो बाद किन्ने ही फेवरेबल लर्निंग मैथड्स जो अडोप्ट कर सकते हो, ज़्यादा स्ट्रॉन्ग मोटिवेशन यूज़ कर लो, लेकिन वो लर्नर जो नहीं सीख सकता अगर उसकी वो कैपेबिलिटी हाल तक उसके डिवेलप नहीं हुई हैगी। तुम इतने कैटल की डेफिनेशन देख सकते हो, लर्निंग एंड एडजस्टमेंट इज़ लिमिटेड बाय इनहेरिट प्रॉपर्टीज़ ऑफ द ऑर्गेनिजम्स। सो ये जी प्रॉपर्टीज़ है यानी कि उसकी जी मैच्योरिटी उसके लैवल तक आनी है कि कुछ ना कुछ सीखने की कैपेबल हो जाए, वो इनहेरेंट प्रॉपर्टीज़ हैं उसके अंदर ऑलरेडी ये प्रॉपर्टीज़ यानी कि जमांदरू प्रॉपर्टीज़ ये जड़ियाँ होंदियां ने। सो ये सारी प्रॉपर्टीज़ का डिवेलप होने का जो ऑर्डर है वो सब सेम रहेगा, लेकिन रेट और स्पीड जी डिफरेंट हो सकती है। सो इस बारे आप कल डिस्कस किया भी सी डिटेल दे विच। अगर किसी स्टूडेंट को उसके मैच्योर होने तो पहला ही उसको कोई चीज़ सिखानी शुरू कर दो, फॉर एग्जाम्पल अगर तुम 5th क्लास के स्टैंडर्ड के स्टूडेंट को अगर तुम 10th क्लास का मैथ सिखाते हो तो उसका बैड इफेक्ट भी पै सकता है, उसका उस सबजैक्ट में इंटरस्ट लूज हो सकता है। एक लैवल तक मैच्योरिटी आना जरूरी है, उस तो बाद ही उसकी लर्निंग जी हो सकती है। सो ये जरूरी है कि सब तो पहला एक टीचर लिए जानना कि उसका जो स्टूडेंट है वो की करने के कैपेबल है, उसके किहड़ियां कैपेबिलिटीज़ है, सो उसके अकॉर्डिंग ही उसनों टीच कर सकता है। अदरवाइज इसके बैड इफेक्ट्स भी हो सकते हैं। सो इस वीडियो के आप सब तो पहले लर्निंग समझिया, लर्निंग का डिवेलपमेंट के नाल की रिलेशन उस चीज़ को समझा, तो उस तो बाद आप मैचूरेशन का मीनिंग समझते हुए मैचूरेशन और लर्निंग का आपस में जो रिलेशन है वो समझा। सो ग्रोथ एंड डिवेलपमेंट के आप हर एक चीज़ जी समझ चुके हैं। सब तो पहले आप ग्रोथ का मीनिंग समझा, डिवेलपमेंट का मीनिंग समझा, दोनों के डिफरेंस समझा। टाइप्स ऑफ डिवेलपमेंट आप डिटेल की 3 मेन डोमेन जो डिवेलपमेंट के मन्ने जाते हैं आप पढ़े हैं। सब तो पहला सी फिजिकल डोमेन, सैकेंड कोगनीटिव डोमेन, तो थर्ड सी इमोशनल और सोशल डोमेन। इस आप करैक्टरिस्टिक्स ऑफ डिवेलपमेंट पढ़िया, इस आप लर्निंग, डिवेलपमेंट एंड लर्निंग, मैचूरेशन एंड लर्निंग, तो टीचिंग के लर्निंग का की रोल है, तो सारी चीज़ का टीचिंग के की रोल है, एक टीचर लिए किन्नी इंपोर्टेंट है उस चीज़ को आप इस वीडियो के समझा। आई होप तुहानू ग्रोथ एंड डिवेलपमेंट जो फर्स्ट चैप्टर है इस साइकोलॉजी का चंगी तरह समझ आया होगा। बाकी तुहानू वीडियो किदां दी लगी मैनू कॉमेंट सैक्शन के अपना फीडबैक जरूर दिओ। वीडियो के आप इसके MCQs लेके आवांगे, इन्हें कंटेंट अच्छी तरह समझ आ गया तो नैक्सट जो MCQs होंगे उन्होंने सॉल्व करने कोई भी प्रॉब्लम नहीं होगी, थोड़े सारे MCQs सॉल्व हो जाएंगे। वीडियो वधिया लगी हो तो प्लीज़ वीडियो को लाइक करो, वध तो वध शेयर करो, तो नाले अपने चैनल को सबसक्राइब करो, बैल आइकन को प्रेस करके ऑल द बटन जरूर क्लिक कर लो ताकि थोड़ा इस तरह की नोटिफिकेशन जड़ियाँ ने सारी वीडियोज़ की आती रहे। पर कई बार थोड़े तक यूट्यूब की नोटिफिकेशन नहीं भी पहुँच पाती तो प्लीज़ टैलीग्राम चैनल को जरूर ज्वाइन करो ताकि तुम्हें हर एक वीडियो की नोटिफिकेशन टाइम से सब तो पहला मिलती रहे। थैंक यू।